ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ 7:50 ਤੋਂ ਲੈ ਕੇ 8 ਵਜੇ ਤੱਕ ਕਥਾ ਦੇ ਨਾਲ ਨਿਹਾਲ ਕਰਨਗੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਖਮ ਕੋ ਬਨਿਆਈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਔਰ ਬਖਸ਼ਿਸ਼ ਕੀਤੀ। ਇਹ ਸਤ ਸੰਗਤ ਦੀਆਂ ਸੁਭਾਗ ਘੜੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਨੇ। ਸਾਹਿਬਾਂ ਦੇ ਹਜ਼ੂਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਔਰ ਖਾਲਸਾ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਸੱਜ ਰਹੇ ਇਹ ਪਾਵਨ ਪਵਿੱਤਰ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗਤ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ ਸਤ ਸੰਗਤ ਦੀਆਂ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਸਾਹਿਬਾਂ ਦੇ ਹਜ਼ੂਰ ਦੀਵਾਨ ਸਜਿਆ, ਸਜੇ ਕੋਈ ਦੀਵਾਨਾਂ ਵਿੱਚ ਆਪ ਸਰਬੱਤ ਸੰਗਤਾਂ ਨੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਪਾਠ, ਗੁਰਬਾਣੀ ਕੀਰਤਨ ਔਰ ਗੁਰਮਤਿ ਵਿਚਾਰਾਂ, ਕੁਝ ਕੌਮ ਪ੍ਰਤੀ ਆਪਣੇ ਵਿਚਾਰ ਸਰਵਨ ਕੀਤੇ ਨੇ। ਆਓ 5-7 ਮਿੰਟ ਵਾਸਤੇ ਕੁਝ ਗੁਰਮਤਿ ਵਿਚਾਰ ਆਪ ਜੀਆਂ ਦੇ ਨਾਲ ਸਾਂਝੇ ਕਰੀਏ। ਗੁਰਮਤਿ ਵਿਚਾਰਾਂ ਦੇ ਨਾਲ ਆਪ ਜੀ ਸਾਂਝ ਪਾਓ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਓ ਸਾਧ ਸੰਗਤ ਸਰਬੰਸ ਦਾਨੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਗੁਰਫਤਿਹ ਬੁਲਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਅਸੀਂ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਤਾਂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਾਨੂੰ ਹਰ ਇੱਕ ਨਸ਼ੇ ਤੋਂ ਵਰਜਿਆ ਹੈ। ਜਿਵੇਂ ਕਿ ਸਤਿਕਾਰਯੋਗ ਮੇਰੀ ਭੈਣ ਆਪ ਜੀਆਂ ਨੂੰ ਦੱਸ ਕੇ ਗਏ ਕਿ ਪੰਜਾਬ ਦੇ ਵਿੱਚ ਨਸਲਕੁਸ਼ੀ ਨੇ ਸਾਡੀ ਇੱਕ ਕੌਮ, ਇੱਕ ਪੀੜ੍ਹੀ ਖਤਮ ਕਰ ਦਿੱਤੀ। ਔਰ ਦੂਜੀ, ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਵੇਖਦੇ ਹਾਂ ਕਿਤਨਾ ਨਸ਼ਾ ਹੈ ਔਰ ਜਿਹੜੇ ਸਾਡੇ ਨੌਜਵਾਨ ਵੀਰ ਨੇ ਉਹ ਕਿਤਨੇ ਨਸ਼ਿਆਂ ਦੇ ਵਿੱਚ ਅੱਜ ਧੁੱਤ ਹੋ ਚੁੱਕੇ ਨੇ। ਇੱਥੋਂ ਤੱਕ ਬੇਨਤੀ ਕਰਾਂ, ਪਿੱਛੇ ਜਿਹੇ ਪੰਜਾਬ ਦੇ ਵਿੱਚ ਇੱਕ ਸਰਵੇਖਣ ਕੀਤਾ ਗਿਆ ਵੀ ਸਭ ਤੋਂ ਜ਼ਿਆਦਾ ਸ਼ਰਾਬ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕਿਸ ਜ਼ਿਲ੍ਹੇ ਦੇ ਵਿੱਚ ਵਿਕਦੀ ਹੈ। ਸਰਵੇਖਣ ਕੀਤਾ ਗਿਆ ਤੇ ਸਭ ਤੋਂ ਜ਼ਿਆਦਾ ਜਿਹੜੀ ਸ਼ਰਾਬ ਹੈ ਉਹ ਸਭ ਤੋਂ ਜ਼ਿਆਦਾ ਵਿਕਦੀ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ, ਤੇ ਜਿੱਥੇ ਸਿੱਖ ਕੌਮ ਦਾ ਅੱਜ 5ਵਾਂ ਤਖਤ ਹੈ। ਇਹ ਗੱਲ ਸਾਨੂੰ ਸੋਚਣ ਯੋਗ ਹੈ, ਸਮਝਣ ਯੋਗ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਭਰਥਰ ਜੋਗੀ ਦੇ ਕੋਲ ਗਏ ਤੇ ਨਸ਼ੇ ਦੇ ਵਿੱਚ ਦੁੱਧ ਹੋ ਕੇ ਕਹਿੰਦੇ ਸਨ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਸੀ ਵੀ ਕਿਹੜੀ ਸ਼ਰਾਬ, ਗੁੜ ਕਰ ਗਿਆਨ ਧਿਆਨ ਕਰ ਧਾਵੋ ਕਰ ਕਰਨੀ ਕਸ ਪਾਈਐ, पाठी पवन प्रेम का पोचा इत रस अम्यो चुआइए।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੇ ਨਾਲ ਗੁਰਸਿੱਖ ਨੂੰ ਜੋੜਿਆ ਕਿ ਸੱਚਾ ਗਿਆਨ ਇਹ ਹਮੇਸ਼ਾ ਮਨੁੱਖ ਨੂੰ ਉੱਚੇ ਪਾਸੇ ਲਿਜਾਂਦਾ ਹੈ, ਇਹ ਨੀਵਾਂ ਨਹੀਂ ਆਉਣ ਦਿੰਦਾ। ਔਰ ਮੈਂ ਤੁਹਾਨੂੰ ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚੋਂ ਵੀ ਕੁਝ ਅੱਜ ਇੱਕ ਸਾਖੀ ਸੁਣਾਉਣੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕਰਦੇ ਨੇ ਕਿ ਸਿੱਖਾ ਐਸੇ ਨਸ਼ੇ ਦਾ ਸੇਵਨ ਨਹੀਂ ਕਰਨਾ, ਜਿਤ ਪੀਤੈ ਮਤ ਦੂਰ ਕੋਈ ਬਰਲ ਭਵੈ ਵਿੱਚ ਆਏ। ਬੰਦਾ ਨਸ਼ਾ ਕਰਦਾ ਹੈ, ਸ਼ਰਾਬ ਦਾ ਸੇਵਨ ਕਰਦਾ ਹੈ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਬੰਦੇ ਦੀ ਆਪਣੀ ਮਤ ਰਹਿ ਜਾਂਦੀ ਹੈ। ਆਪਣੀ ਮਤ ਦੇ ਨਾਲ ਕੋਈ ਬੰਦਾ ਕੁਝ ਸੋਚ ਸਕਦਾ ਹੈ। ਇਸੇ ਤਰ੍ਹਾਂ ਖਡੂਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ। ਧਿਆਨ ਨਾਲ ਸੁਣੋ ਮੇਰੀ ਬੇਨਤੀ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਾ ਕਿਸੇ ਨੇ ਚੁੱਕ ਚੁਕਾ ਕੇ ਇੱਕ ਪਿੰਡ ਦਾ ਚੌਧਰੀ ਸੀ, ਉਹਨੂੰ ਭੇਜਿਆ ਵੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ, ਤੇ ਇਸ ਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਤੇ ਬਹੁਤ ਇਹਦੀ ਸਿਹਤ ਖਰਾਬ ਰਹਿੰਦੀ ਸੀ। ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ। ਮੇਰੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਜਾ ਅੱਜ ਤੋਂ ਬਾਅਦ ਨਾ ਸ਼ਰਾਬ ਦਾ ਸੇਵਨ ਨਾ ਕਰੀ, ਅੱਜ ਤੋਂ ਬਾਅਦ ਸ਼ਰਾਬ ਛੱਡ ਦੇ ਤੇ ਬਿਮਾਰੀ ਤੈਨੂੰ ਛੱਡ ਦੇਗੀ, ਤੇਰੇ ਕੋਲ ਕਦੇ ਕੋਈ ਰੋਗ ਨਹੀਂ ਆਵੇਗਾ। ਅੱਜ ਸਾਡੇ ਤਨ ਵਿੱਚ ਕਿਤਨੇ ਰੋਗ ਨੇ, ਕਿਤਨੇ ਨੇ, ਇਹਦਾ ਕਾਰਨ ਇਹ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸੱਜਣਾ ਅੱਜ ਤੋਂ ਬਾਅਦ ਨਾ ਸ਼ਰਾਬ ਨਾ ਪੀਵੀਂ, ਤੇਰੇ ਕੋਲ ਬਿਮਾਰੀ ਤੇਰੇ ਨੇੜੇ ਨਹੀਂ ਆਵੇਗੀ, ਛੱਡ ਦਿੱਤੀ। ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਜਿਹੜਾ ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ ਨਾ, ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਖੁੰਦਿਆਂ ਗੁਰ ਬਿਨ ਘੋਰ ਅੰਧਾਰ। ਇਤਨਾ ਨੁਕਸਾਨ ਸਾਧ ਸੰਗਤ ਪੰਜਾਬ ਦਾ ਪਾਣੀਆਂ ਨੇ ਨਹੀਂ ਕੀਤਾ, ਬਾੜਾਂ ਨੇ ਨਹੀਂ ਕੀਤਾ, ਜਿੰਨਾ ਸ਼ਰਾਬ ਨੇ ਨੁਕਸਾਨ ਕੀਤਾ ਹੈ। ਚੇਤਾ ਰੱਖਿਓ, ਇੱਕ ਦਿਨ ਸਪੋਕਸਮੈਨ ਮੈਗਜ਼ੀਨ ਦੇ ਵਿੱਚ ਨਾ ਇੱਕ ਖਬਰ ਛਪੀ ਸੀ, ਉਹ ਮੇਰੇ ਕੋਲ ਕਟਿੰਗ ਅਜੇ ਤੱਕ ਪਈ ਹੈ। ਕਹਿੰਦੇ ਨੇ ਇੱਕ ਬੰਦਾ ਸੀ, ਉਹ ਰੋਜ਼ਾਨਾ ਆਪਣੇ ਖੱਤ ਦੇ ਵਿੱਚ ਇੰਚੀ ਟੇਪ ਲੈ ਕੇ ਨਾ ਸ਼ਰਾਬ ਦੇ ਠੇਕੇ ਤੇ ਜਾਇਆ ਕਰੇ ਤੇ ਜਿੱਥੋਂ ਬੰਦਾ ਬੋਤਲ ਫੜਦਾ ਨਾ ਉਹਨੂੰ ਨਾਪਿਆ ਕਰੇ ਰੋਜ਼ਾਨਾ ਜਾ ਕੇ। ਇੱਕ ਦਿਨ ਇੱਕ ਸੱਜਣ ਨੇ ਪੁੱਛ ਲਿਆ ਵੀ ਇੱਥੇ ਰੋਜ਼ਾਨਾ ਕੀ ਕਰਨ ਆਉਣਾ ਹੈ, ਇੰਨੀ ਕੁ ਜਗ੍ਹਾ ਨੂੰ ਨਾਪਣਾ, ਇਹਦਾ ਮਤਲਬ ਕੀ ਹੈ? ਉਹ ਕਹਿੰਦਾ ਮੈਂ ਇਸ ਕਰਕੇ ਆਉਂਦਾ ਹਾਂ, ਮੈਂ ਇਹਨੂੰ ਵੇਖਣਾ ਚਾਹਨਾ ਵੀ ਇਹ ਕਿਤਨੀ ਕੁ ਵੱਡਾ ਇਹਦਾ ਦਰਵਾਜ਼ਾ ਹੈ। ਕਹਿੰਦਾ ਕਿਉਂ ਰੋਜ਼ਾਨਾ ਤੂੰ ਨਾਪਦਾ ਹੈ? ਕਹਿੰਦਾ ਮੇਰੇ ਕੋਲ 200 ਕਿੱਲੇ ਦਾ ਮੈਂ ਮਾਲਕ ਸੀ, 200 ਕਿੱਲੇ ਦਾ ਮੈਂ ਮਾਲਕ ਸੀ, ਮੇਰੇ ਕੋਲ ਘੋੜੇ, ਮੇਰੇ ਘਰ ਦੇ ਵਿੱਚ ਮੱਝਾਂ ਗਾਵਾਂ, ਕਦੇ ਰੌਣਕ ਹੁੰਦੀ ਸੀ। ਇਸ ਸ਼ਰਾਬ ਦੇ ਰਾਹੀਂ ਸਭ ਕੁਝ ਵਿਕ ਗਿਆ। ਅੱਜ ਮੈਂ ਦਿਹਾੜੀਆਂ ਕਰਨਾ, ਅੱਜ ਮੈਂ ਇੱਥੇ ਆਉਣਾ, ਇਸ ਸ਼ਰਾਬ ਦੇ ਪਿੱਛੇ ਮੇਰਾ ਸਾਰਾ ਕੁਝ ਹੀ ਵਿਕ ਗਿਆ, ਇਸੇ ਨਸ਼ੇ ਦੇ ਪਿੱਛੇ। ਅੱਜ ਮੈਂ ਇੱਥੇ ਵੇਖਣ ਆਉਣਾ, ਇਹਦਾ ਦਰਵਾਜ਼ਾ ਕਿਤਨਾ ਕੁ ਵੱਡਾ, ਮੇਰਾ 200 ਕਿੱਲਾ ਖਾ ਗਈ ਕੇਵਲ ਇਹ ਛੋਟਾ ਜਿਹਾ ਮੂਰਾ। ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਸੱਜਣਾ ਸ਼ਰਾਬ ਨਾ ਪੀਵੀਂ, ਬਿਮਾਰੀ ਤੇਰੇ ਨੇੜੇ ਨਹੀਂ ਆਏਗੀ। ਗੁਰੂ ਅੰਗਦ ਦੇਵ ਜੀ ਦੇ ਬਚਨ ਮੰਨੇ, ਇਹਦੇ ਕੋਲ ਬਿਮਾਰੀ ਨਾ ਆਈ, ਠੀਕ ਹੋ ਗਿਆ ਹੈ। ਕੁਝ ਸਮੇਂ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਦਿਨ ਬੜਾ ਬੱਦਲ ਜਿਹਾ ਬਣਿਆ ਤੇ ਲੋਕਾਂ ਦੇ ਚੁੱਕ ਚੁਕਾ ਕੇ, ਕਈ ਵਾਰੀ ਬੰਦਾ ਖਿਆਲ ਕਰਿਓ ਗੁਰਸਿੱਖੀ ਵਾਲੇ ਪਾਸੇ ਚੱਲਦਾ ਹੈ, ਦੁਨੀਆ ਨਹੀਂ ਚੱਲਣ ਦਿੰਦੀ, ਛੱਡ ਪਰਾਂ, ਕੀ ਜਾਣਾ ਗੁਰਦੁਆਰੇ, ਕੀ ਕਰਨਾ ਬਾਣੀ ਪੜ੍ਹ ਕੇ, ਕੀ ਕਰਨਾ ਸੰਗਤ ਕਰਕੇ, ਚੱਲ ਆ ਸਾਡੇ ਨਾਲ। ਤੇ ਇਹਨੇ ਸ਼ਰਾਬ ਦੇ ਵਿੱਚ ਦੁੱਧ ਹੋਇਆ ਔਰ ਚੁਬਾਰੇ ਤੇ ਚੜ ਗਿਆ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਵੱਲ ਮੁੱਖ ਕਰਕੇ ਨਾ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਘਰ ਵੱਲ, ਕਹਿੰਦਾ ਵੇਖ ਦਾਤਿਆ ਮੈਂ ਸ਼ਰਾਬ ਪੀਤੀ ਏ, ਮੇਰਾ ਕੀ ਕੋਈ ਵਿਗਾੜੇਗਾ,
मेरा की बिगड़ सकता है। जित पीतै मत दूर होए, बरल भवै विच आए। अपना पराया ना पछाणी, खसमो धक्के खाए। जित पीतै खसम विसरै, दरगह मिलै सजाए। झूठा मद मूल ना पीछे, जेका पार वसाए। सतगुरु की बाणी कहती है, ऐसे शराब का नशा ना कर। सिखा गुरु की मत ते तुर। ਉੱਚੀ ਉੱਚੀ ਪੁਕਾਰ ਕੇ ਕਹਿੰਦਾ ਹੈ, ਇੱਕੋ ਦਮ ਦੌਰਾ ਪਿਆ ਤੇ ਉੱਤੋਂ ਡਿੱਗਿਆ ਤੇ ਡਿੱਗਦਿਆਂ ਸਾਰ ਇਹਦਾ ਮਨਕਾ ਟੁੱਟ ਗਿਆ ਤੇ ਇਹਦੀ ਮੌਤ ਹੋ ਗਈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਜਾ ਕੇ ਦੱਸਿਆ। ਪਾਤਸ਼ਾਹ ਜੀ ਕਹਿਣ ਲੱਗੇ, ਇਹਨੂੰ ਚੰਗਾ ਮਾਰਗ ਦੱਸਿਆ ਸੀ ਤੇ ਉਸ ਮਾਰਗ ਤੇ ਤੁਰਿਆ ਨਹੀਂ, ਅੱਜ ਆਪਣੀ ਜਾਨ ਗਵਾ ਬੈਠਾ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਹੈ, गुरु अंगद साहब जी का प्रकाश दिहाड़ा मनाने वास्ते आए हो। मेरे किन्ने नौजवान वीर तुसी बैठे हो, अज अरदास करके जाओ, दाता असी शराब नहीं पीआंगे, असी नशा नहीं करांगे, असी तेरे दसे मार्ग ते चलांगे। वेखियो गुरु अंगद साहब किन्नी कृपा तुहाडे ते करदे ने। जे गुरु की कृपा लैनी है, अरदास करके जाओ। भुलां चुकां दी खिमा। फतेह बुलाओ। वाहिगुरु जी का खालसा, वाहिगुरु जी की फतेह। ਫਤਿਹ।
ਹੁਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਆਪ ਜੀ ਨੂੰ 8:45 ਦੇ ਤੱਕ ਕਥਾ ਦੇ ਨਾਲ ਨਿਹਾਲ ਕਰਨਗੇ। ਆਓ ਉਹਨਾਂ ਪਾਸੋਂ ਕਥਾ ਸਰਵਣ ਕਰੀਏ। ਜੋ ਵਿਸ਼ੇਸ਼ ਸਮਾਗਮਾਂ ਦੀ ਲੜੀ ਪ੍ਰਾਰੰਭ ਕੀਤੀ ਹੈ, ਅੱਜ ਇਸ ਦਾ 6ਵਾਂ ਦਿਨ ਹੈ। ਕੱਲ ਸਮਾਗਮ ਵੀ ਹੋਣਗੇ, ਨਗਰ ਕੀਰਤਨ ਵੀ ਸਜੇਗਾ। ਦਾਸ ਨੇ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਸਤਿਗੁਰੂ ਜੀ ਦਾ ਉਪਦੇਸ਼ ਹੈ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਜੋ ਕਰਨਾ ਸੀ ਉਹ ਨਹੀਂ ਕੀਤਾ। ਕਰਨਾ ਕੀ ਸੀ? ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਬੱਚੇ ਪੈਦਾ ਕਰਨ ਲਈ ਨਹੀਂ ਆਏ, ਵੱਡੇ ਵੱਡੇ ਬਿਜ਼ਨਸ ਦੇ ਅੰਪਾਇਰ ਖੜੇ ਕਰਨ ਵਾਸਤੇ ਨਹੀਂ ਆਏ, ਮਲਟੀ ਸਟੋਰੀ ਇਮਾਰਤਾਂ ਸਿਰਜਣ ਵਾਸਤੇ ਅਸੀਂ ਨਹੀਂ ਆਏ। ਆਏ ਤਾਂ ਅਸੀਂ ਬਾਣੀ ਪੜ੍ਹਨ ਵਾਸਤੇ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਰ ਜੋ ਕੁਝ ਅਸੀਂ ਕਰਦੇ ਹਾਂ, ਕਿ ਇਹ ਕੋਈ ਗੁਨਾਹ ਹੈ, ਕੋਈ ਪਾਪ ਹੈ? ਨਹੀਂ ਭਾਈ। ਗੁਰੂ ਅਮਰਦਾਸ ਮਹਾਰਾਜ ਦਾ ਇੱਕ ਪਾਵਨ ਬਚਨ ਹੈ ਕਿ ਕੁਰਬਾਨ ਕੀਤਾ ਤਿਸ ਗੁਰੂ ਵਿਟੋਂ, ਜਿਨ ਮੋਹ ਮੀਠਾ ਲਾਇਆ। ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਨੇ ਸਾਡੇ ਵਿੱਚ ਇੱਕ ਮਿੱਠਾ ਜਿਹਾ ਮੋਹ ਲਾਇਆ ਹੈ, ਔਰ ਉਸੇ ਮੋਹ ਦੀ ਇਹ ਸੰਸਾਰ ਉન્નਤੀ ਹੈ। ਉਸੇ ਮੋਹ ਦਾ ਬੱਧਾ ਹੋਇਆ ਇੱਕ ਸਾਡਾ ਪਰਿਵਾਰ ਹੈ। ਆ ਜਿੰਨੀ ਸੰਸਾਰ ਦੀ ਪ੍ਰਗਤੀ ਹੈ, ਤਰੱਕੀ ਕਹਿੰਦੇ ਤੁਸੀਂ, ਇਹ ਉਸ ਮਿੱਠੇ ਮੋਹ ਦਾ ਨਤੀਜਾ ਹੈ ਭਾਈ। ਪਰ ਸਤਿਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਨੇ? ਕਿ ਸਾਨੂੰ ਕੰਮ ਧੰਦਾ ਨਹੀਂ ਕਰਨਾ ਚਾਹੀਦਾ? ਨਹੀਂ ਭਾਈ। ਤੁਹਾਡੇ ਗੁਰੂ ਦਾ ਤੁਹਾਨੂੰ ਪਹਿਲਾ ਉਪਦੇਸ਼ ਇਹੋ ਹੀ ਹੈ ਕਿ ਤੁਸੀਂ ਕਿਰਤ ਕਰਨੀ ਹੈ, ਕੰਮ ਕਰਨਾ ਹੈ। ਔਰ ਇਸ ਗੱਲ ਦਾ ਤੁਸੀਂ ਇੱਥੇ ਜਿੰਨੇ ਬੈਠੇ ਹੋ, ਇਹ ਮੇਰੇ ਤੋਂ ਵੱਡਾ ਪ੍ਰਮਾਣ ਹੈ ਕਿ ਜੇ ਅਸੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਬਾਪੂ ਕਹਿੰਦਾ ਸੀ ਵੀ ਪੁੱਤਰ ਮੱਝਾਂ ਨੂੰ ਪਾਣੀ ਪਿਆ ਲੈ, ਪੱਠੇ ਪਾ ਲੈ, ਤੇ ਬਾਪੂ ਤੋਂ ਅੱਖ ਬਚਾ ਕੇ ਅਸੀਂ ਐਨੂੰ ਨਿਕਲ ਜਾਂਦੇ ਸੀ ਤੇ ਭੁੱਖੇ ਮਰਦੇ ਸੀ। ਕੀ ਮੈਕਸੀਕੋ ਦੀ ਕੰਧ ਟੱਪੀ ਹੈ, ਆਉਂਦੇ ਹੀ ਅਸੀਂ ਪੈਟਰੋਲ ਪਾਉਣ ਲੱਗ ਗਏ ਗੱਡੀਆਂ 'ਚ, ਤੇ ਨਾ ਸਾਨੂੰ ਧਾਗੇ ਤਵੀਤਾਂ ਦੀ ਲੋੜ ਪਈ, ਨਾ ਸਾਨੂੰ ਕਿਤੇ ਚਰਸਤਿਆਂ ਵਿੱਚ ਨਹਾਉਣ ਦੀ ਲੋੜ ਪਈ, ਨਾ ਕਿਸੇ ਬਾਬੇ ਦੀ ਮੜੀ ਮਸਾਣੀ ਤੇ ਜਾ ਕੇ ਕੁਛ ਸਵਾਹ ਦੀਆਂ ਪੁੜੀਆਂ ਲਿਆਉਣ ਦੀ ਲੋੜ ਪਈ। ਪੈਸੇ ਅੱਗੇ ਪਿੱਛੇ ਤੁਰਨੇ ਸ਼ੁਰੂ ਹੋ ਗਏ। ਹੁਣ ਤੁਸੀਂ ਕਹੋ ਜੀ ਇਹ ਗੱਲ ਸਾਨੂੰ ਉੱਥੇ ਕਿਸੇ ਨੇ ਦੱਸੀ ਨਹੀਂ। ਅਸਲ ਗੱਲ ਇਹ ਵੀ ਤੁਸੀਂ ਉੱਥੇ ਸੁਣੀ ਨਹੀਂ, ਦੱਸੀ ਤਾਂ ਉੱਥੇ ਵੀ ਸੀ, ਦੱਸੀ ਉੱਥੇ ਵੀ ਹੈ ਕਿ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਉਦਮ ਕਰ, ਕਮਾਈ ਕਰ, ਸੁਖ ਮਾਣ। ਧਿਆਏਂਦਿਆਂ ਤੂੰ ਪ੍ਰਭੂ ਮਿਲ। ਪਰ ਕੰਮ ਧੰਦੇ ਦੇ ਵਿੱਚ ਇਸ ਰੂਪ ਦੇ ਵਿੱਚ ਖਚਤ ਨਾ ਹੋਵੀਂ ਕਿ ਤੇਰੇ ਕੋਲ ਭਗਤੀ ਜੋਗਾ, ਪਰਮਾਤਮਾ ਦੀ ਇਬਾਦਤ ਜੋਗਾ ਸਮਾਂ ਹੀ ਨਾ ਬਚੇ। ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ।
ਹੁਣ ਤੁਸੀਂ ਇੱਕ ਗੱਲ ਤੇ ਨੋਟ ਕੀਤੀ ਹੋਏਗੀ ਨਾ ਕਿ ਉਦਮ ਕੀਤਾ ਤੇ ਮਾਇਆ ਬੜੀ ਆ ਗਈ। ਅੱਜ ਵੀ ਇੱਕ ਸੱਜਣ ਸਾਨੂੰ ਮਿਲਿਆ ਨਾ, ਮਿਲਿਆ ਤਾਂ ਕੱਲ ਸੀ ਤੇ ਪਤਾ ਅੱਜ ਲੱਗਿਆ। ਮੇਰਾ ਮਿੱਤਰ ਕਹਿ ਰਿਹਾ ਸੀ ਵੀ ਮੈਂ ਉਹਨੂੰ ਕਿਹਾ ਵੀ ਚਾਹ ਪੀਏ, ਉਹ ਕਹਿੰਦਾ ਵੀ ਨਹੀਂ, ਵਾਈਨ ਪੀ ਲੈ ਸਵੇਰੇ ਸਵੇਰੇ। ਫਿਰ ਉਹਨਾਂ ਦੱਸਿਆ ਵੀ ਉਹ ਡਿਪਰੈਸ਼ਨ ਵਿੱਚ ਹੈ। ਪਰ 300 ਮਿਲੀਅਨ ਦਾ ਮਾਲਕ ਹੈ। ਹੁਣ ਦੱਸੋ ਕਿਹੜਾ ਕੰਮ ਕਰਨਾ ਚਾਹੀਦਾ? ਜੇ ਤੁਹਾਨੂੰ ਦੇਖੋ, ਜਿਹੜੀ ਗੱਲ ਭਾਈ ਅੰਗਰੇਜ਼ੋ ਕਹਿ ਕੇ ਗਿਆ ਨਾ, 100 ਦੇ ਵਿੱਚੋਂ ਇੱਕ ਬੰਦਾ ਸ਼ਰਾਬ ਸ਼ੌਕੀਆ ਪੀਂਦਾ ਜੇ, 99 ਬੰਦਿਆਂ ਨੂੰ ਪੁੱਛ ਕੇ ਵੇਖ ਲਓ, ਕਹਿੰਦੇ ਗਿਆਨੀ ਜੀ ਨੀਂਦ ਨਹੀਂ ਆਉਂਦੀ। ਤੇ 100 ਅੰਮ੍ਰਿਤਧਾਰੀਆਂ ਦੇ ਵਿੱਚੋਂ ਇੱਕ ਬੰਦਾ ਹੋਏਗਾ ਜਿਹਦੀ ਇਹ ਅਵਸਥਾ ਹੈ ਕਿ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਨਹੀਂ ਤੇ 100 ਚੋਂ 99 ਦੀ ਇੱਕੋ ਹੀ ਸ਼ਿਕਾਇਤ ਹੈ ਵੀ ਬਾਬਾ ਜੀ ਗੁਟਕਾ ਮਗਰੋਂ ਫੜੀ ਦਾ, ਨੀਂਦ ਪਹਿਲਾਂ ਆ ਜਾਂਦੀ ਹੈ। ਤੇ ਦੱਸੋ ਕਿਹੜਾ ਕੰਮ ਕਰਨਾ ਚਾਹੀਦਾ? ਜੇ ਬਾਣੀ ਦਾ ਗੁਟਕਾ ਫੜਿਆ ਨੀਂਦ ਆ ਜਾਏ ਤੇ ਬੋਤਲ ਫੜਨ ਦੀ ਕੀ ਲੋੜ ਹੈ? ਧਿਆਏ ਦਿਆ ਤੂੰ ਪ੍ਰਭੂ ਮਿਲ, ਜੇ ਤੂੰ ਸਿਮਰੇਗਾ ਤੇ ਤੈਨੂੰ ਰੱਬ ਵੀ ਮਿਲੇਗਾ। ਹੋਰ ਕੀ ਹੋਏਗਾ? ਨਾਨਕ ਉਤਰੀ ਚਿੰਤ, ਤੂੰ ਚਿੰਤਾ ਨਾ ਕਰ। ਇਹ ਗੱਲ ਗੁਰਬਾਣੀ ਨੇ ਦੱਸੀ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜੀ ਦੇ। ਉੱਥੇ ਹੱਟ ਨਾ ਚੱਲੇ, ਨਾ ਕੋਈ ਕਿਰਸ ਕਰੇ। ਅਸੀਂ ਇਹ ਤੇ ਮੰਨ ਲਿਆ 84 ਲੱਖ ਜੂਨਾਂ ਨੇ, ਤੇ ਫਿਰ ਅਗਲੀ ਗੱਲ ਵੀ ਮੰਨ ਲਓ ਵੀ 42 ਲੱਖ ਪਾਣੀ 'ਚ ਨੇ। ਹੁਣ ਧਰਤੀ ਦੇ ਜੀਵਾਂ ਦਾ ਤੇ ਅਸੀਂ ਕਾਰੋਬਾਰ ਸਮਝ ਸਕਦੇ ਹਾਂ, ਪਰ ਜਿਹੜੇ ਪਾਣੀ ਵਿੱਚ ਨੇ ਉਹਨਾਂ ਦੀ ਰੋਟੀ ਕਿਵੇਂ ਚੱਲਦੀ ਹੈ? ਧਰਮ ਤੁਹਾਨੂੰ ਭਰੋਸਾ ਦਿੰਦਾ ਹੈ, ਧਰਮ ਤੁਹਾਨੂੰ ਵਿਸ਼ਵਾਸ ਦਿੰਦਾ ਹੈ। ਧਰਮ ਤੁਹਾਨੂੰ ਇੱਕੋ ਗੱਲ ਕਹਿੰਦਾ ਹੈ ਕਿ ਥੇਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇੱਥੇ ਬੁੱਢਾ ਹੀ ਭੱਜਿਆ ਜਾਂਦਾ ਹੈ। ਮੈਂ ਕੱਲ ਵੀ ਇਸੇ ਕਰਕੇ ਬੇਨਤੀ ਕੀਤੀ ਸੀ ਵੀ ਘਰ ਦਾ ਬਜ਼ੁਰਗ ਸਵੇਰੇ 4 ਵਜੇ ਜਾ ਕੇ ਮਹਾਰਾਜ ਕੋਲ ਚੌਰ ਲੈ ਕੇ ਬਹਿ ਜਾਂਦਾ ਹੈ। ਉਹਨੂੰ ਪਤਾ ਹੈ ਮੇਰੇ ਬੱਚਿਆਂ ਦੇ ਕੰਮ ਮੈਂ ਨਹੀਂ ਕਰ ਸਕਦਾ, ਮੇਰੇ ਬੱਚਿਆਂ ਦੇ ਕੰਮ ਵਾਹਿਗੁਰੂ ਕਰੇਗਾ। ਮੇਰਾ ਖਿਆਲ ਸਾਡੇ ਲਈ ਵੀ ਇੱਕ ਗੱਲ ਛੇੜ ਹੈ, ਉਹ ਜੀ ਧੰਨੇ ਦੀਆਂ ਗਾਵਾਂ ਰੱਬ ਚਾਰਦਾ ਸੀ। ਇਦਾਂ ਨਹੀਂ ਜਿੱਦਾਂ ਬੋਲਦੇ ਆਪਾਂ ਕਿਸੇ ਦੀ ਛੇੜ ਪਾ ਲਈਦੀ ਹੈ। ਇਹ ਬੜੇ ਵਿਸ਼ਵਾਸ ਦੀ ਇੱਕ ਕਥਾ ਸੀ। ਕਿਤੇ ਕਿਤੇ ਜਾ ਕੇ ਅਸੀਂ ਮੰਨਦੇ ਵੀ ਆ ਕਿ ਜੀ ਕਰਨਾ ਕਰਾਉਣਾ ਤੇ ਰੱਬ ਨਹੀਂ ਹੈ, ਪਰ ਉਹ ਐਡੀ ਬੈਡ ਸੈਂਸ ਹੈ। ਕੋਈ ਕੰਮ ਹੋ ਗਿਆ, ਭਰਾ ਜੀ ਮੈਂ ਕੀਤਾ, ਕਿਸੇ ਨੇ ਕਰ ਲਿਆ, ਸਲਾਹ ਮੈਂ ਦਿੱਤੀ ਸੀ, ਤੇ ਜਦੋਂ ਕਿਸੇ ਦਾ ਕੰਮ ਗਿਆ ਵਿਗੜ ਜਾਂ ਆਪਣੇ ਤੋਂ ਨਹੀਂ ਹੋਇਆ, ਕਹਿੰਦਾ ਜੀ ਰੱਬ ਨੂੰ ਇਦਾਂ ਹੀ ਭਾਉਂਦਾ ਸੀ। ਮਤਲਬ ਸਾਰੇ ਕੰਮ ਤੇ ਮਾੜੇ ਰੱਬ ਕਰਦਾ, ਚੰਗੇ ਕੰਮ ਸਾਰੇ ਮੈਂ ਕਰਦਾ, ਉਹ ਮੇਰੀ ਸਲਾਹ ਨਾਲ ਹੁੰਦੇ ਨੇ। ਭਾਈ ਗੁਰਦੁਆਰੇ ਆਇਆ ਕਰੋ, ਕਹਿੰਦੇ ਜਿੱਦਣ ਮਹਾਰਾਜ ਲੈ ਆਊਗਾ ਉਦੋਂ ਆ ਜਾਾਂਗੇ। ਵੀ ਤੁਹਾਡੀ ਗੱਡੀ ਕਦੋਂ ਪੈਂਚਰ ਕੀਤੀ ਰਾਹ 'ਚ ਉਹਨੇ? ਬਈ ਵੀ ਤੁਸੀਂ ਘਰੋਂ ਤੁਰੇ ਸੀ ਤੇ ਰਾਹ 'ਚ ਪਟਾਕਾ ਬੋਲ ਗਿਆ ਟਾਇਰ, ਤੇ ਮਹਾਰਾਜ ਨੂੰ ਤੇ ਭਾਉਂਦਾ ਹੀ ਨਹੀਂ ਸੀ ਇੱਥੇ ਆਈਏ। ਸੱਚ ਇਹ ਹੈ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਮਾੜੇ ਕੰਮ ਲਈ ਤੂੰ ਅਲਾਰਮ ਲਾ ਕੇ ਸੌਣਾ ਹੈ, ਚੰਗੇ ਕੰਮ ਲਈ ਕਹਿਣਾ ਵੀ ਨਹੀਂ ਕੋਈ ਨਹੀਂ ਜੀ, ਕੋਈ ਦੂਜਾ ਕਹਿ ਦੂੰਗਾ ਤਾਂ। ਸੱਚੇ ਪਾਤਸ਼ਾਹ ਸੁਚੇਤ ਕਰਦਿਆਂ ਕਹਿੰਦੇ ਨੇ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਲੋਭ ਦੀ, ਲਾਲਚ ਦੀ ਰੱਸੀ ਆਪਣੇ ਗਲੇ ਵਿੱਚ ਪਾ ਲਈ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਤੰਦ। ਬੰਦਿਆ ਸਮਾਂ ਸੀ ਤੇਰੇ ਕੋਲ ਚਲਾ ਗਿਆ।
ਬਚਪਨ ਸੀ, ਜਵਾਨੀ ਸੀ, ਬੁਢੇਪਾ ਸੀ, ਇਹ ਸਾਰੇ ਵਕਤ ਤੂੰ ਆਪਣੇ ਗਵਾ ਲੈ। ਮਨ ਮਾਇਆ ਮੈਂ ਰਮ ਰਹੇ ਹੋ, ਨਿਕਸਤ ਨਾਹਿਨ ਮੀਤ। ਤੇਰਾ ਮਨ ਐਸਾ ਮਾਇਆ ਦੇ ਵਿੱਚ ਰਮਿਆ ਹੋਇਆ ਹੈ, ਇਹਦੇ ਚੋਂ ਨਿਕਲਦਾ ਨਹੀਂ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਇੱਕ ਇੱਕ ਦਮ ਦੇ ਨਾਲ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਹੁਣ ਤੇ ਆਸਾ ਕੀ ਵਾਰ ਵਾਸਤੇ ਕਹਿਣਾ ਪੈਂਦਾ ਹੈ ਕਿ ਭਾਈ ਆਸਾ ਪੂਰੀਆਂ ਹੋਣਗੀਆਂ। ਸੁਖਮਣੀ ਵਾਸਤੇ ਕਹਿਣਾ ਪੈਂਦਾ ਹੈ ਵੀ ਸੁਖ ਤੇ ਮਣੀ ਪ੍ਰਾਪਤ ਹੋਏਗੀ। ਇਸੇ ਕਰਕੇ ਕੁਝ ਕੁਝ ਸ਼ਬਦ ਅਸੀਂ ਪੜ੍ਹਦੇ ਹਾਂ। ਸਾਰਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਹੈ। ਕੋਈ 2 4 5 ਸ਼ਬਦ ਅਸੀਂ ਉਹਦੇ ਚੋਂ ਸਿਲੈਕਟ ਕੀਤੇ ਨੇ। ਤੇ ਮੈਂ ਤੇ ਪੁੱਛਦਾ ਹੁੰਨਾ ਵੀ ਜੇ ਭਾਈ ਤੁਹਾਨੂੰ ਇਹ ਲੱਗਦਾ ਹੈ ਕਿ ਇਹਨਾਂ 5-7 ਸ਼ਬਦਾਂ ਨਾਲ ਕੰਮ ਸਵਰਦੇ ਨੇ ਤੇ ਤੁਸੀਂ ਕਿਰਪਾ ਕਰੋ, ਇਹ ਦੱਸ ਦਿਓ ਵਿਗੜਦੇ ਕਿਹਦੇ ਨਾਲ ਨੇ। ਕੋਈ ਗੁਰਬਾਣੀ 'ਚ ਐਸਾ ਸ਼ਬਦ ਵੀ ਹੈ ਜਿਹੜਾ ਤੁਹਾਡੇ ਕੰਮ ਵਿਗਾੜਦਾ ਹੋਵੇ? ਬਾਣੀ ਤੁਹਾਡਾ ਗੁਰੂ ਸੀ, ਤੁਹਾਡਾ ਗੁਰੂ ਬਾਣੀ ਸੀ। ਇਸ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਸੀ। ਵਿੱਚ ਬਾਣੀ ਅੰਮ੍ਰਿਤ ਸਾਰੇ ਦਾ ਅਰਥ ਇਹ ਨਹੀਂ ਵੀ ਇਹਦੇ 'ਚ ਕੋਈ 20-25 ਅੰਮ੍ਰਿਤ ਨੇ। ਇਹਦੇ ਸਾਰੀ ਬਾਣੀ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਜਲ ਭਰਿਆ ਹੋਇਆ। ਇਸ ਬਾਣੀ ਨੂੰ ਜੋ ਪੜ੍ਹੇਗਾ, ਇਸ ਬਾਣੀ ਨੂੰ ਜੋ ਗਾਏਗਾ, ਆਪਾਂ ਹੁਣ ਇਸ ਦੀਵਾਨ ਦੀ ਸਮਾਪਤੀ ਵੇਲੇ ਫਿਰ ਕਵਾਂਗੇ, ਸੁਣਤੇ ਪੁਨੀਤ ਕਹਤੇ ਪਵਿੱਤ। ਇਹ ਤੇ ਐਸੀ ਬਾਣੀ ਹੈ ਭਾਈ। ਇਹ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ। ਤੇਰੇ ਮਨ ਨੇ ਮਾਇਆ ਨੂੰ ਐਵੇਂ ਫੜ ਲਿਆ ਜਿਵੇਂ ਮਿੱਟੀ ਦੀ ਕੰਧ ਨੇ ਚਿੱਤਰ ਫੜਿਆ ਹੋਇਆ। ਉਹ ਢਹਿਗੀ ਤੇ ਮੁੱਕੇਗਾ। ਮਿੱਟੀ ਦੀ ਕੰਧ ਉੱਤੇ ਜਿਹੜੇ ਚਿੱਤਰ ਸਾਡੀਆਂ ਮਾਤਾਵਾਂ ਬਣਾਉਂਦੀਆਂ ਸੀ ਨਾ, ਜਿਹੜੀ ਕਲਾ ਕਿਰਤ ਹੈ, ਇਹ ਸਾਡੀ ਸੰਸਕ੍ਰਿਤੀ ਵਿੱਚ ਹੈ। ਆ ਜਿਹੜੀਆਂ ਹੁਣ ਫੁੱਲ ਬੂਟੀਆਂ ਅਸੀਂ ਵਾਲਪੇਪਰ ਨਾਲ ਲਿਆਉਂਦੇ ਆ, ਅਸੀਂ ਬਹੁਤ ਖੂਬਸੂਰਤ ਟਾਈਲਾਂ ਅਤੇ ਪੱਥਰ ਲਿਆ ਕੇ ਲਾਉਂਦੇ ਆ ਕਿ ਇਸ ਤੋਂ ਪਹਿਲਾਂ ਮਨੁੱਖ ਦਾ ਇਹੋ ਜਿਹੀ ਸਜਾਵਟ ਖੂਬਸੂਰਤੀ ਨਾਲ ਕੋਈ ਸੰਬੰਧ ਨਹੀਂ ਸੀ। ਨਹੀਂ, ਇਹ ਕਲਾ ਸਾਡੀਆਂ ਭੈਣਾਂ ਤੇ ਮਾਵਾਂ ਦੇ ਵਿੱਚ ਰੱਬ ਨੇ ਪੈਦਾ ਕੀਤੀ ਹੋਈ ਸੀ। ਉਹ ਜਿਹੜੀਆਂ ਮੂਰਤੀਆਂ ਬਣਾਉਂਦੀਆਂ ਸੀ, ਜਦੋਂ ਦੀਵਾਰ ਢਹਿੰਦੀ ਸੀ ਤਾਂ ਮੂਰਤੀ ਖਤਮ ਹੁੰਦੀ ਸੀ। ਨਹੀਂ ਤੇ ਮੂਰਤੀ ਦਾ ਤੇ ਮਿੱਟੀ ਦਾ ਐਸਾ ਰਿਸ਼ਤਾ ਬਣ ਗਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਬੰਦਿਆ ਤੇਰਾ ਮਨ ਤੇ ਤੇਰੀ ਇਹ ਮੋਹ ਮਮਤਾ ਇਸ ਕਦਰ ਆਪਸ ਦੇ ਵਿੱਚ ਜੁੜ ਗਏ ਨੇ ਕਿ ਇਹਦਾ ਸੰਬੰਧ ਮਿੱਟੀ ਤੇ ਮੂਰਤ ਵਾਲਾ ਹੋ ਗਿਆ। ਨਰ ਚਾਹਤ ਕਾ ਸ਼ੌਰ ਔਰੇ ਕੀ ਔਰੇ ਭਈ। ਹੁਣ ਬੰਦਾ ਕੁਝ ਹੋਰ ਸੋਚਦਾ ਹੈ ਕਿ ਮੈਂ ਬਹੁਤ ਕੁਝ ਇਕੱਠਾ ਕਰ ਲਵਾਂ। ਆਪਾਂ ਵੀ ਲੱਗੇ ਹੋਏ ਆ। ਸਮਾਨ ਸਾਡੇ ਕੋਲੇ ਕਈ ਸਦੀਆਂ ਦਾ ਹੈ, ਭਰੋਸਾ ਸਾਡੇ ਕੋਲੇ 2 ਮਿੰਟ ਦਾ ਵੀ ਨਹੀਂ ਹੈ। 2 ਮਿੰਟ ਦਾ ਵੀ ਭਰੋਸਾ ਨਹੀਂ ਹੈ। ਜਿੰਨੀਆਂ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਬੈਠੇ ਹਾਂ, ਕੀ ਇਹ ਚੀਜ਼ਾਂ ਸਾਡੀ ਵਰਤੋਂ ਦੇ ਵਿੱਚ ਆ ਸਕਦੀਆਂ ਨੇ? ਕੀ ਅਸੀਂ ਇਹਨਾਂ ਨੂੰ ਸਾਰੀਆਂ ਨੂੰ ਵਰਤ ਸਕਦੇ ਹਾਂ? ਸਤਿਗੁਰੂ ਜੀ ਦਾ ਇੱਕ ਮੈਂ ਸ਼ਬਦ ਆਪ ਜੀ ਨਾਲ ਸਾਂਝਾ ਕਰਦਾ ਕਿ ਮਨੁੱਖ ਤੂੰ ਕੀ ਕਰ ਰਿਹਾ ਹੈ? ਕੋਠੇ ਮੰਡਪ ਮਾੜੀਆਂ ਕਾਹੇ ਮਰੋ ਸਵਾਰ, ਕਾਰਜ 3.5 ਹਾਥ ਘਣੀ ਤਾਂ 4.25। ਜੇ ਸੌਣਾ ਹੈ ਤਾਂ ਵੀ ਇੰਨੀ ਥਾਂ ਚਾਹੀਦੀ ਹੈ, ਤੇ ਜੇ ਕਬਰ ਦੇ ਵਿੱਚ ਦਫਨ ਹੋਣਾ ਹੈ ਤਾਂ ਵੀ ਇੰਨੀ ਥਾਂ ਚਾਹੀਦੀ ਹੈ। ਉਹਦੇ ਲੋਕਾਂ ਨੂੰ ਕਹੀ ਜਾਂਦੇ ਸਾਡਾ ਜੀ 10 ਬੈਡਰੂਮ ਦਾ ਘਰ ਹੈ। ਪੁੱਛੋ ਵੀ ਘੰਟਾ ਸੌਣਾ ਹੈ? ਨਹੀਂ ਜੀ। ਜਿੱਦਣ 3.5 ਹੱਥ ਤੇ ਘਣੀ 4.25 ਹੱਥ ਵਾਲੀ ਮੰਜੀ ਤੇ ਰਾਤ ਨੂੰ 3 ਵਾਰੀ ਪਾਸਾ ਵਟਿਆ ਨਾ,
ਸਵੇਰੇ ਡਾਕਟਰ ਨੂੰ ਜਾ ਕੇ ਨਬਜ਼ ਵਿਖਾਵੇਂਗਾ ਵੀ ਵੇਖਿਓ ਜੀ ਰਾਤੀ ਨੀਂਦ ਨਹੀਂ ਚੰਗੀ ਤਰ੍ਹਾਂ ਆਈ ਮੈਨੂੰ। ਮੈਂ ਫਿਰ ਬੇਨਤੀ ਕਰਾਂ ਕਿ ਘਰ ਹੋਣੇ ਨਹੀਂ ਚਾਹੀਦੇ? ਘਰ ਹੋਣੇ ਚਾਹੀਦੇ ਨੇ, ਪਰ ਇਹ ਗੱਲ ਯਾਦ ਰੱਖਣਾ ਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਿਲ ਸੋਇਨ ਚੁਬਾਰੇ, ਤਿਨ ਕਾ ਖਾਦਾ ਪਹਿੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਇਹਦਾ ਨਟਸ਼ਲ ਜੋ ਭਾਵ ਨਿਕਲਣਾ ਉਹ ਸਿਰਫ ਇਹੀ ਹੈ ਕਿ ਇਹ ਇਨਸਾਨ, ਤੂੰ ਬਾਕੀ ਸਾਰੇ ਕੰਮ ਕੀਤੇ ਨੇ, ਖਾਣਾ ਪੀਣਾ ਹੱਸਣਾ ਸੌਣਾ, ਸਾਰੀਆਂ ਗੱਲਾਂ ਤੇਰੇ ਚੇਤੇ ਵਿੱਚ ਨੇ, ਤੇ ਵਿਸਰ ਗਿਆ ਹੈ ਮਰਨਾ। ਖਸਮ ਵਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਤੂੰ ਬਾਕੀ ਗੱਲਾਂ ਦੇ ਪ੍ਰਤੀ ਤਾਂ ਸੁਚੇਤ ਹੈ, ਸੰਭਲਿਆ ਹੋਇਆ ਹੈ, ਪਰ ਜਿਸ ਮਕਸਦ ਲਈ ਤੂੰ ਇਸ ਧਰਤੀ ਤੇ ਆਇਆ ਸੀ ਤੂੰ ਉਸ ਨੂੰ ਭੁੱਲ ਗਿਆ। ਗੁਰੂਆਂ ਨੇ ਸਾਨੂੰ ਆ ਕੇ ਬਿਜ਼ਨਸ ਦਾ ਢੰਗ ਨਹੀਂ ਦੱਸਿਆ, ਸਤਿਗੁਰਾਂ ਨੇ ਸਾਨੂੰ ਪਰਮਾਤਮਾ ਦੇ ਮਿਲਾਪ ਦਾ ਢੰਗ ਦੱਸਿਆ ਕਿ ਤੂੰ ਭਾਈ ਇਸ ਤਰੀਕੇ ਨਾਲ ਤੂੰ ਵਣਜ ਕਰ, ਇਸ ਤਰੀਕੇ ਨਾਲ ਖੇਤੀਬਾੜੀ ਕਰ। ਪੂਰਾ ਸ਼ਬਦ ਹੈ ਸੋਰਠ ਰਾਗ ਵਿੱਚ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਤੇ ਸੇ ਕਰ ਭਾਗਠ ਦੇਖ। ਅੱਗੇ ਕੀ ਕਿਹਾ ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਫਿਰ ਦੱਸਿਆ ਵੀ ਹੱਟੀ ਕਿਵੇਂ ਕਰਨੀ ਹੈ, ਫਿਰ ਦੱਸਿਆ ਵੀ ਵਣਜ ਵਪਾਰ ਕਿਵੇਂ ਕਰਨਾ ਹੈ, ਤੂੰ ਭਾਈ ਕਿਵੇਂ ਸੱਤ ਦੇ ਘੋੜੇ ਲੈ ਕੇ ਚੱਲਣਾ ਹੈ। ਸਤਿਗੁਰੂ ਨੇ ਪੂਰੇ ਸ਼ਬਦ ਵਿੱਚ ਸਾਨੂੰ ਸਮਝਾਇਆ। ਤੋ ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਕਿ ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤਵਤ ਰਹਿਓ ਠਗੌਰ ਨਾਨਕ ਫਾਂਸੀ ਗੱਲ ਭਰੀ। ਠੱਗੀਆਂ ਮਾਰਦੇ ਮਾਰਦੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਹ ਜਿਹੜਾ ਸੀ ਉਹ ਆਖਰੀ ਹੋ ਗਿਆ, ਅੰਤਲਾ ਹੋ ਗਿਆ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਜਿੰਨੇ ਬੰਦੇ ਨੇ ਪ੍ਰਬੰਧ ਕੀਤੇ ਸੁਖ ਵਾਸਤੇ ਕੀਤੇ ਨੇ, ਇੱਥੋਂ ਵੀ ਸੁਖ ਮਿਲੇਗਾ, ਉੱਥੋਂ ਵੀ ਸੁਖ ਮਿਲੇਗਾ, ਮੈਂ ਇੰਜ ਵੀ ਸੁਖੀ ਹੋਵਾਂਗਾ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਇ। ਪਰ ਐ ਮੇਰੇ ਮਨ, ਇਹ ਗੱਲ ਚੇਤੇ ਕਰ ਲੈ, ਤੇਰੇ ਸੁਖ ਦੇ ਪ੍ਰਬੰਧ ਕੀਤਿਆਂ ਸੁਖ ਨਹੀਂ ਮਿਲਣਾ, ਤੇ ਤੇਰੇ ਆਲੇ ਦੁਆਲੇ ਦੇ ਲੋਕਾਂ ਦੇ ਤਿਆਰ ਕੀਤੇ ਦੁੱਖਾਂ ਨਾਲ ਤੇਰਾ ਕੋਈ ਨੁਕਸਾਨ ਨਹੀਂ ਹੋਣਾ। ਸਾਨੂੰ ਇਹ ਵੀ ਹੈ, ਅਸੀਂ ਆਪਣੇ ਲਈ ਸੁੱਖ ਪੈਦਾ ਕਰਦੇ ਹਾਂ, ਦੂਜਿਆਂ ਵਾਸਤੇ ਅਸੀਂ ਦੁੱਖ ਤਿਆਰ ਕਰਕੇ ਬੈਠੇ ਹੁੰਦੇ ਆ। ਨਾ ਸਾਡੇ ਦਿੱਤੇ ਕਿਸੇ ਨੂੰ ਦੁੱਖ ਪਹੁੰਚ ਸਕਦੇ ਨੇ, ਤੇ ਨਾ ਸਾਡੇ ਆਪਣੇ ਕੀਤੇ ਪੈਦਾ ਸੁੱਖ ਸਾਨੂੰ ਪ੍ਰਾਪਤ ਹੋ ਸਕਦੇ ਨੇ। ਹਾਂ, ਜੇ ਪਰਮਾਤਮਾ ਨੂੰ ਭਾਇਆ ਤੇ ਭਾਈ ਸੁੱਖ ਵੀ ਮਿਲਣਗੇ, ਜੇ ਉਹਨੂੰ ਨਾ ਪਾਇਆ ਤੇ ਦੁੱਖ ਵੀ ਭੋਗਣੇ ਪੈਣਗੇ। ਸਾਡੀ ਇੱਕੋ ਹੀ ਗਲਤੀ ਹੈ। ਅੱਜ ਕੋਈ ਮੈਡੀਟੇਸ਼ਨ ਦੇ ਨਾਂ ਤੇ, ਕੋਈ ਹੋਰ ਯੋਗ ਸਾਧਨਾ ਦੇ ਨਾਂ ਤੇ ਅੱਜ ਮਨੁੱਖ ਆਪਣੀ ਪੀੜਾ ਨੂੰ ਹਰਨ ਦਾ ਯਤਨ ਕਰ ਰਿਹਾ ਹੈ। ਪਰ ਜੇ ਸਤਿਗੁਰੂ ਨੇ ਸ਼ਬਦ ਸੁਰਤ ਦਾ ਰਸਤਾ ਦੱਸਿਆ, ਅਸੀਂ ਗੱਲ ਸਾਡੇ ਮੰਨਣ ਵਿੱਚ ਹੀ ਨਹੀਂ ਆਈ ਕਿ ਅਸੀਂ ਕਦੇ ਇਕਾਂਤ ਵਿੱਚ ਸ਼ਾਂਤ ਚਿੱਤ ਹੋ ਕੇ ਕਦੇ ਚੌਕੜੀ ਮਾਰ ਕੇ ਬੈਠਣ ਦਾ ਯਤਨ ਕੀਤਾ। ਅਸੀਂ ਉਸ ਵਿਧੀ ਨੂੰ ਅਪਣਾਉਣ ਵਾਸਤੇ ਵੀ ਤਿਆਰ ਨਹੀਂ। ਪਰ ਜਿੰਨੇ ਸਤਿਗੁਰੂ ਜੀ ਨੇ ਸਾਨੂੰ ਭਗਤੀ ਦੇ ਢੰਗ ਦੱਸੇ ਨੇ, ਇਹ ਸਾਰੇ ਹੀ ਢੰਗ ਇਹ ਬੰਦਿਆ ਤੇਰਾ ਲੋਕ ਵੀ ਸੁਖੀ ਕਰਦੇ ਨੇ, ਤੇਰਾ ਪਰਲੋਕ ਵੀ ਸੁਹੇਲਾ ਕਰਦੇ ਨੇ। ਇਹਾਂ ਸੁਖ ਆਗੇ ਮੁਖ ਉਜਲ ਦੀਆਂ ਇਹ ਤੇਰੀ ਝੋਲੀ ਵਿੱਚ ਦਾਤਾਂ ਪਾਉਂਦੇ ਨੇ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇਹ ਸਾਰਾ ਸੰਸਾਰ ਹੀ ਭਿਖਾਰੀ ਹੈ। ਜਿਹਦੇ ਕੋਲੋਂ ਮੈਂ ਮੰਗ ਰਿਹਾ ਉਹ ਕਿਸੇ ਹੋਰ ਤੋਂ ਮੰਗ ਰਿਹਾ, ਤੇ ਸਾਰਿਆਂ ਨੂੰ ਦੇਣ ਵਾਲਾ ਦਾਤਾ ਕੇਵਲ ਇੱਕ ਰੱਬ ਹੈ। ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਤੂੰ ਉਹਦੀ ਭਗਤੀ ਕਰਿਆ ਕਰ, ਤੂੰ ਉਸ ਵਾਹਿਗੁਰੂ ਦੀ ਬੰਦਗੀ ਕਰਿਆ ਕਰ,
तेरे सारे कम वाहिगुरु आप पूरे करेगा। झूठे मान कहाँ करे, जग सुपने जो जान। झूठा जिहा मान क्यों करदा है? ये संसार सुपने वर्गा है। अज तेरे कोल चीज़ हैगी है, थोड़ी देर बाद नहीं होएगी। असी जगत नूं सच्चा मन के बह गए। साडा पाठ ही ये भी ये जग मिठा अगला किस डिठा। असी जदों इत्थे सारा प्रबंध करते हैं तो कोई है हिम्मत किसी की कोई आके पूछे भी भरा जी किन्ने साल रहने का प्रबंध है तुहाडा, किन्नी केज तुसी अपनी मन के बैठे हुए हो। असल में साडी हालत सारिया दी ये हुई है कि कहो नानक मन सिमरते पूर्ण होवे काम। झूठे मान कहाँ करे, जग सुपने जो जान। इनमें कछ तेरो नहीं, नानक कहियो बखान। गुरु तेग बहादुर पिता महाराज कहते भाई मैं तो तेन बोल बोल के कहना, ये विचों तेरी चीज कोई नहीं है, तू भुलेखे च है। तू भुलेखे विच है कि तू ये सारा कुछ कही जाना है। लाज ना मरो कहो घर मेरा, अंत की बार नहीं किछ तेरा। नांगे आवन नांगे जाना। पता तू नगन आया सी, तन दे उपर तेरे कोई कपड़ा नहीं सी। जदों तू जाना है तेरे तन दे उपर कोई कपड़ा नहीं होना। ये इस कायनात दा, इस प्रकृति दा, इस कुदरत दा, इस ब्रह्मंड दा सब तो वड्डा सच है कि तू नंगा आया सी ते तू नंगे इथों चले जाना है। लंकागढ़ सोने का भया, मूर्ख रावण क्या ले गया। सोने की लंका का मालिक कुछ नहीं लैके गया। मैं एक गल का वास्ता थोड़े नाल रोज पा रहा कि आप इत्थे आके देखो, जो मैं पहली बारी इंग्लैंड आया ना 1998 मैं बजुर्गों नूं, क्योंकि पहला साडे सिख भरा इंग्लैंड ही आए। मैं भी जो पहली बारी आया तो मेरे घर चो फुफड़ जी लगते सी, तो जो वापस मैं गया तो मैनू कहते ओए मुंडिया इत्थे बह मेरे कोले, पता लगा तू वलैत जाके आया। वलैत का मतलब होंदा सी यूके इंग्लैंड। मैं कहा हाँ जी। तू अंग्रेज़ों के मुल्क गया सी? मैं कहा हाँ जी। वही अंग्रेज जिन्होंने साडे ते राज किया है? मैं कहा हाँ जी। वही अंग्रेज जिन्हों का कहते जिन्हों के राज का सूरज नहीं सी छिपदा? मैं कहा हाँ जी। तो मैं जो उत्थे पहली बारी आया, मैं बजुर्गों को अखां दे विच घसुन लैके रोंदियां वेखिया। मैं कहा बापू जी होया की है? अगर तुसी भी गए होगे साउथ हाल, खास करके सारा लंगर का प्रबंध बजुर्गों को हुंदा सी। भी बापू जी होया की? कहते पुत्र होना की है, इत्थे आए 18-18 घंटे काम किया, घर वाल ध्यान ही नहीं दिता, अज बच्चे गवाच गए साडे। मेरी बेनती करने का एक भाव है कि तुहाडी फस्ट प्रॉपर्टी तुहाडी जनरेशन है, तुहाडे बच्चे ने, इनू संभालो। आज जिहड़ी प्रॉपर्टी तुसी इकट्ठी कर रहे हो, मैं तुहानू गुरु की हजूरी च कहना कि मैनू घट्टो घट्ट एक नहीं 10 बंदे मिल चुके ने जिहड़े कहते ज्ञानी जी बच्चे तो क्लेम ही नहीं करते। तुसी भी पुछ के वेख लियो बच्चों भी घर किहदा है, वो कहते घर साडे डैड दा है। पर साडी संस्कृति ये होंदी सी भी बच्चे नूं पुछा जांदा सी भी पुत्र तेरा घर कित्थे है, तो कहंदा सी आओ मैं लै चलदा। इत्थे बच्चों ने तुहाडी प्रॉपर्टी का क्लेम छड्ड दिता है। इहदा अर्थ ही नहीं कि काम तुसी बंद कर दिओ, नहीं, इहदी वंड कर लो कि कितना समा असी परिवार नूं देना है, कितना समा असी कारोबार नूं देना है, ते कितना समा असी अपने धर्म नूं देना है। इनू कहते हैं टाइम मैनेजमेंट। रब ने भी दी है, बचपन सी, फिर जवानी सी, फिर बुढ़ेपा आया, आप भी यदि वंड कर लीए भी इन्ने घंटे असी काम करना है, इन्ना समा असी अपने बच्चों परिवार के नाल स्पेंड करना है, इन्ना समा फिर असी जाके अपने धर्म की संभाल करनी है। देखो मैं कल भी बेनती की सी, जेडे रस्ते असी तुरे हैं, किते हरी सिंह नलूआ तुर पैंदा,
8-7 ਬੇਗਮਾਂ ਹੁੰਦੀਆਂ, 35-40 ਜਵਾਕ ਹੁੰਦੇ। ਅੱਜ ਵੀ ਉਹਦੀ ਸਲਤਨਤ ਦਾ ਰਾਜ ਹੋਣਾ ਸੀ ਉੱਥੇ। ਔਰ ਉਹਨਾਂ ਗੁਰਸਿੱਖਾਂ ਨੇ ਸਿਰਫ ਸਿੱਖੀ ਨੂੰ ਮੁੱਖ ਰੱਖਿਆ, ਆਪਣੀ ਆਇਡੈਂਟੀਟੀ ਨੂੰ ਮੁੱਖ ਰੱਖਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਦੇ ਕੇ ਕੀ ਜਾਣਾ। ਸੱਚੇ ਪਾਤਸ਼ਾਹ ਦੀ ਜਦੋਂ ਅਸੀਂ ਬਾਣੀ ਸੁਣਦੇ ਹਾਂ ਨਾ, ਤੇ ਬਾਣੀ ਦਾ ਭਾਵ ਹੀ ਇਹ ਹੈ। ਸਾਡੇ ਬਜ਼ੁਰਗਾਂ ਦੀ ਇੱਕ ਇੱਦਾਂ ਦੀ ਵੀ ਮਨੌਤ ਸੀ ਕਿ ਜੇ ਸਾਰਾ ਪਾਠ ਨਹੀਂ ਸੁਣ ਹੋਇਆ ਤੇ ਪੁੱਤਰ ਘੱਟੋ ਘੱਟ ਭੋਗ ਦੇ ਸ਼ਲੋਕ ਤਾਂ ਸੁਣ ਲਓ। ਸੋਹਣਾ ਪਾਠੀ, ਸੁਰੀਲੇ ਗਲੇ ਵਾਲਾ, ਸ਼ੁੱਧ ਉਚਾਰਨ ਵਾਲਾ, ਉਹਨੂੰ ਕਹਿਣਾ, ਉਹਦੇ ਅੱਗੇ ਬੇਨਤੀ ਕਰਨੀ ਕਿ ਭਾਈ ਸਾਹਿਬ ਜੀ ਭੋਗ ਦੇ ਸ਼ਲੋਕ ਤੁਸੀਂ ਪੜ੍ਹਨੇ ਨੇ। ਹੁਣ ਇੱਕ ਇੱਕ ਸ਼ਬਦ ਆਪ ਜੀ ਸੁਣੋ। ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜੋ ਜਾਣ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ, ਗਰਭ ਕਰਤ ਹੈ ਦੇ ਕੋ ਬਿਨ ਸਹਿ ਛਿਨ ਮੈਂ ਮੀਤ। ਆ ਜਿਹੜੇ ਸਰੀਰ ਦਾ ਤੂੰ ਹੰਕਾਰ ਕਰਦਾ ਹੈ, ਇਹ ਤੇ ਇੱਕ ਛਿਣ ਮਾਤਰ ਸਮੇਂ 'ਚ ਬਿਨਸ ਜਾਂਦਾ ਹੈ। ਕਿਆ ਪ੍ਰਭਾਸਾ ਇਸ ਭਾਂਡੇ ਕਾ, ਇਤਨਾ ਕ ਲੱਗ ਗਿਆ ਠਣਕਾ। हर चीज की गारंटी ते वारंटी है, बंदे तेरी कोई नहीं है। हम आदमी हाँ एकदमी, मोहलत मोहत ना जाना कोई गारंटी नहीं है। वर्ल्ड दियां इंटरफेथ दियां कॉन्फ्रेंस होंदियां ने, तो जदों उन्हां दा समापन समागम हुंदा है, जदों आखिर दे विच वो उस कॉन्फ्रेंस को खत्म करते हैं, एक शब्द जरूर बोलते हैं, मुड़ मिलने की आस नाल अज असीं विछड़न लगे आ। गारंटी नहीं है। दुनिया के धर्मां के लोग जदों वो अपनी कॉन्फ्रेंस को खत्म करते हैं, एक शब्द बोलते हैं, मुड़ मिलने की आस के नाल अज असीं विछड़न लगे आ। ये आस है शायद मुड़ के फिर मिलांगे असीं, गारंटी तो कोई नहीं है। इस करके गुरु ने सानू किन्नियां सोहणियां जुगतियां दसियां सी। आख्या सी भाई जे तुहाडी किसी नाल कोई मुट मटाव की गल हो जाए तो रात सौण तो पहला फैसला कर लियो, क्योंकि जदों सवेरे उठोगे तो तुहानू गुरु का हुक्म होएगा, आगे आवत सिंह जो पावै वाहिगुरु जी की फतेह गजावे। तो जे तू कहेगा मैं तो राती लड़के सुता सी, तो फतेह किहड़े मूँह ना बुलावेगा। फिर सौण लग्या अपना सोला पढ़ के सौवी। ये बड़े प्यारे शब्द ने, पर असीं तो कहते कोई नहीं, मरण तो बाद अगले ने पढ़ ही देना है, अगले तो पढ़ ही देणगे। ये शब्द असीं पढ़ना सी, असीं कह नहीं, ये शब्द रागी सिंह ही पढ़नगे कि अब की बार बख्श बंदे को बहुर न पवजल फेरा, देहो सजन असीसड़ियां जो होवे साहिब स्यो मेल। असी रागियां नूं कहने तुसीं पढ़ो, भी रागियां दा टाइम ते आया नहीं, टाइम ते किसी होर दा आया भाई। उस प्राणी दा शब्द है जिस प्राणी दी मौत हुई है, ये शब्द उन्हें पढ़ना सी, उन्हें अपना सोहला रोज पढ़ना सी। सच्चे पातशाह ने जिहड़ी सानू मर्यादा दसी है कि झूठे मान कहा करे जग सुपने जो जान, इनमें कछ तेरो नहीं, नानक कहो बखान, गर्भ करत है दे को बिन सह छिन में मीत, जेह प्राणी हर जस कहे हो, नानक तेह जग जीत। जिन्हें परमात्मा का सिमरन कर लिया, पाठ कर लिया, वो तो जगत जित गया भाई। मन जीते जगजीत, ये गुरबाणी है। गुरबाणी का भाव ही यह है कि जे तुसी मन जित लोगे तो संसार के जेतू होने का तुहानू हक हो सकता है। जे घट सिमरन राम को सो नर मुक्ता जान। मुक्त कौन है? मुक्त मंजे बिस्तरे दे के नहीं होंदा। अज पता है जो भोग का टाइम होवे ते जिहड़े इत्थे आके बोलते हैं उन्होंने नूं छड्ड दिओ, जिहड़े घरों बोल के तुरे ने उन्हों की आवाज़ सुनो। वो कहता अमका मर गया है, अज उत्थे भी जाना पैना। वो खुशी नाल नहीं आए।
ਉਹ ਇੱਕ ਭਾਈਚਾਰਕ ਤੁਹਾਡੀ ਗੱਲ ਹੈ। ਮਤ ਸੋਚੋ ਕਿ ਤੁਹਾਡੀ ਮੁਕਤੀ ਦੀ ਭਾਵਨਾ ਨਾਲ ਆ ਕੇ ਅਰਦਾਸ ਦੇ ਵਿੱਚ ਖਲੋਤੇ ਨੇ। ਤੇ ਜੇ ਆਪਾਂ ਚਾਹੁੰਦੇ ਆ, ਕਿਉਂਕਿ ਸਿੱਖ ਧਰਮ ਇਸ ਵਿਸ਼ਵਾਸ ਦੇ ਵਿੱਚ ਧਰਮ ਹੈ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਿੱਖ ਆਪ ਮੁਕਤ ਨਹੀਂ ਹੁੰਦਾ, ਮੰਨੈ ਤਰੈ ਤਾਰੇ ਗੁਰਸਿੱਖ ਉਹ ਆਪ ਵੀ ਤਰਦਾ ਹੈ, ਉਹ ਦੂਸਰਿਆਂ ਨੂੰ ਵੀ ਤਾਰਨ ਦਾ ਵਸੀਲਾ ਬਣਦਾ ਹੈ। ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਸ ਬੰਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹੇ ਮਨ। ਹੁਣ ਇਹ ਤੇ ਸੀ ਨਾ ਵੀ ਭਜਨ ਕਰੋ ਜੀ, ਬੰਦਗੀ ਕਰੋ ਜੀ, ਪਾਠ ਕਰੋ ਜੀ। ਹੁਣ ਇੱਕ ਸ਼ਬਦ ਐਸਾ ਵੀ ਆ ਗਿਆ, ਉਹ ਬੰਦਾ ਜਿਹਦੇ ਅੰਦਰ ਰੱਬ ਦੀ ਭਗਤੀ ਹੈ ਨਹੀਂ, ਜਿਹੜਾ ਪਾਠ ਕਰਦਾ ਹੀ ਨਹੀਂ। ਕਿਉਂਕਿ ਸਾਡੇ 'ਚ ਬਹੁਤਿਆਂ ਦੀ ਭਾਵਨਾ ਇਹੀ ਹੈ ਕਿ ਜੀ ਪਾਠ ਕੀਤਿਆਂ ਜੀ ਸਾਧੂ ਬਣੀਦਾ, ਅਸੀਂ ਕੋਈ ਸਾਧੂ ਥੋੜਾ ਬਣਨਾ ਹੈ। ਆ ਹੁਣ ਪੁੱਛ ਲਓ ਸੱਚੇ ਪਾਤਸ਼ਾਹ ਨੂੰ ਕਿ ਮਹਾਰਾਜ ਜੇ ਕੋਈ ਬਾਣੀ ਨਾ ਪੜ੍ਹੇ, ਪਾਠ ਨਾ ਕਰੇ, ਜੇ ਕਿਸੇ ਦੇ ਮੂੰਹ ਤੋਂ ਕਦੇ ਰੱਬ ਦਾ ਨਾਂ ਨਾ ਨਿਕਲੇ, ਤਾਂ ਉਹਦੇ ਬਾਰੇ ਸਤਿਗੁਰੂ ਤੁਹਾਡਾ ਕੀ ਫੈਸਲਾ ਹੈ? ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਜੈਸੇ ਸ਼ੂਕਰ ਸੁਆਣ ਨਾਨਕ ਮਾਨੋ ਤਾਹੇ ਤਨ। ਉਹਦਾ ਸਰੀਰ ਕਹਿੰਦੇ ਭਾਈ ਜਾਂ ਤਾਂ ਕੂਕਰ ਵਰਗਾ ਹੈ ਜਾਂ ਸ਼ੂਕਰ ਵਰਗਾ ਹੈ। ਹੁਣ ਉਹਨਾਂ ਦੋਨਾਂ ਦਾ ਸਾਨੂੰ ਸੁਭਾਅ ਪਤਾ ਹੋਣਾ ਚਾਹੀਦਾ। ਸੂਰ ਵਿੱਚ ਕੀ ਦੋਸ਼ ਹੈ? ਕਿਵੇਂ ਲੋਕਾਂ ਦੀ ਗੰਦਗੀ 'ਚ ਮੂੰਹ ਮਾਰਦਾ ਫਿਰਦਾ, ਤੇ ਕੂਕਰ ਵਿੱਚ ਕੀ ਦੋਸ਼ ਹੈ? ਐਵੇਂ ਲੋਕਾਂ ਦੇ ਭਾਂਡਿਆਂ 'ਚ ਮੂੰਹ ਪਾਉਂਦਾ ਫਿਰਦਾ। ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ਼ ਜਾਏ, ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ। ਕਿ ਆਪਾਂ ਚਾਹੁੰਦੇ ਆ ਕਿ ਸਾਡੀ ਕੂਕਰ ਦੇ ਨਾਲ, ਸ਼ੂਕਰ ਦੇ ਨਾਲ, ਸੂਰ ਨਾਲ, ਸਾਡੀ ਕੁੱਤੇ ਨਾਲ ਕੋਈ ਤਸ਼ਬੀਹ ਦੇਵੇ। ਜੇ ਆਪਾਂ ਨਹੀਂ ਚਾਹੁੰਦੇ ਤਾਂ ਫਿਰ ਇਹ ਗੱਲ ਜ਼ਰੂਰ ਚੇਤੇ ਰੱਖਣਾ ਕਿ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਣ ਤਜਤ ਨਹੀਂ ਨਿਤ। ਬੰਦਿਆ, ਕੂਕਰ ਦੇ ਵਿੱਚ ਇੱਕ ਗੁਣ ਹੈ, ਉਹ ਆਪਣੇ ਮਾਲਕ ਦਾ ਘਰ ਛੱਡ ਕੇ ਕਦੇ ਨਹੀਂ ਜਾਂਦਾ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜੇ ਤੂੰ ਕਹਿੰਦਾ ਨਾ ਮੈਂ ਗੁਰੂ ਨਾਲ ਜੁੜਿਆ ਜੀ, ਮੈਂ ਰੱਬ ਨਾਲ ਜੁੜਿਆ ਜੀ, ਮੈਂ ਗੁਰਦੁਆਰੇ ਨਾਲ ਜੁੜਿਆ ਜੀ, ਤਾਂ ਫਿਰ ਕੂਕਰ ਤੋਂ ਇੱਕ ਗੱਲ ਸਿੱਖ ਲਵੀਂ ਕਿ ਕੂਕਰ ਆਪਣੇ ਮਾਲਕ ਦਾ ਦਰ ਛੱਡ ਕੇ ਕਦੇ ਨਹੀਂ ਜਾਂਦਾ। ਇੱਕ ਨਤੀਜਾ ਕੀ ਹੈ? ਫਿਰ ਮਾਲਕ ਉਹਨੂੰ ਬੋਰੀ ਵਿਛਾ ਕੇ ਬੈਠਣ ਵਾਸਤੇ ਦਿੰਦਾ, ਭਾਂਡਾ ਰੱਖ ਕੇ ਉਹਦੇ ਵਿੱਚ ਉਹਨੂੰ ਭੋਜਨ ਪਾ ਕੇ ਦਿੰਦਾ, ਗਰਮੀ ਸਰਦੀ ਦੇ ਵਿੱਚ ਉਹਨੂੰ ਅੰਦਰ ਬਾਹਰ ਬੈਠਣ ਲਈ ਥਾਂ ਵੀ ਦਿੰਦਾ। ਤੇ ਜੇ ਇੱਕ ਜਾਨਵਰ ਦੇ ਪ੍ਰਤੀ ਅਸੀਂ ਇੱਦਾਂ ਕਰਦੇ ਹਾਂ, ਤੇ ਸਤਿਗੁਰੂ ਕਹਿੰਦੇ ਕਦੇ ਰੱਬ ਨਾਲ ਸਾਂਝ ਪਾ ਕੇ ਵੇਖ ਕਿ ਉਹ ਪਰਮਾਤਮਾ ਕਿਵੇਂ ਤੇਰੇ ਤੇ ਆਪਣੀਆਂ ਬਖਸ਼ਿਸ਼ਾਂ ਕਰਦਾ। ਉਹਨੇ ਪਹਿਲਾਂ ਵੀ ਕੀਤੀਆਂ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਉਹਨੇ ਤਾਂ ਪਹਿਲਾਂ ਦਿੱਤਾ ਹੈ ਤੈਨੂੰ, ਕੂਕਰ ਨੂੰ ਤੇ ਮਾਲਕ ਮਗਰੋਂ ਦਿੰਦਾ ਹੈ ਨਾ। ਪਰ ਇੱਥੇ ਬੰਦਿਆ ਤੈਨੂੰ ਰੱਬ ਨੇ ਪਹਿਲਾਂ ਦਿੱਤਾ ਹੈ, ਤੇ ਤੂੰ ਆ ਕੇ ਕਹਿ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਕਬੀਰ ਕੂਕਰ राम को मुतिया मेरो, नाओ गले हमारे जेवरी जय खिंचै तै जाओ। जे को पूछे तू कौन है? दिल्ली में एक गुरुद्वारा जी, ਉਹਦਾ ਨਾਂ ਹੈ ਰੱਬ ਦਾ ਕੁੱਤਾ। तो मैंने मेरे नालों थोड़ा जिहा ज़्यादा जुड़िया होया है, क्योंकि एक बारी कमेटी वाले मेरे नाल रुस के मैनू उत्थे घल्लता उन्होंने। तो साढ़े ना जिद्दां एक बनी है कि जिन्हों कमेटी ने पनिशमेंट देनी होवे कहते इहनूं रब दे कुत्ते घल्लो। वो रब दा कुत्ता कौन है?
ਇੱਕ ਸਧਾਰਨ ਸਿੱਖ ਜਦੋਂ ਨਿਰੰਕਾਰੀਆਂ ਨੇ ਕਾਂਡ ਕੀਤਾ ਨਾ, ਉਹਦੀ ਆਤਮਾ ਬਲੂੰਦਰੀ ਗਈ। ਤੇ ਜਿੱਥੇ ਨਿਰੰਕਾਰੀ ਭਵਨ ਹੈ ਮੁਖਰਜੀ ਨਗਰ ਦੇ ਵਿੱਚ, ਬਿਲਕੁਲ ਉਹਨਾਂ ਦੇ ਭਵਨ ਦੇ ਦਰਵਾਜ਼ੇ ਦੇ ਸਾਹਮਣੇ ਉਹ ਰੜੇ ਵਿੱਚ ਹੀ ਬਹਿ ਗਿਆ। ਬਥੇਰਾ ਪੁਲਿਸ ਨੇ ਜ਼ੋਰ ਲਾਇਆ, ਲੋਕਾਂ ਨੇ ਜ਼ੋਰ ਲਾਇਆ। ਪਹਿਲਾਂ ਉਹ ਉੱਦਾਂ ਹੀ ਬੋਲਦਾ ਸੀ, ਮੁੜ ਕੇ ਕਿਸੇ ਨੇ ਉਹਨੂੰ ਸਪੀਕਰ ਦੇ ਦਿੱਤਾ, ਉਹਨੇ ਸਵੇਰੇ ਹੀ ਸ਼ੁਰੂ ਹੋ ਜਾਣਾ, ਆਖਣਾ ਰੱਬ ਦਾ ਕੁੱਤਾ ਭੌਂਕਦਾ ਹੈ। ਤੇ ਸਾਰਾ ਦਿਨ ਨਿਰੰਕਾਰੀਆਂ ਨੂੰ ਕੋਸਣਾ ਕਿ ਤੁਸੀਂ ਚੰਗੇ ਬੰਦੇ ਨਹੀਂ ਹੋ, ਤੁਹਾਡਾ ਰਸਤਾ ਠੀਕ ਨਹੀਂ ਹੈ। ਅਸੀਂ ਵੀ ਉਸ ਮਾਲਕ ਦੇ ਦਰ ਦੇ ਕੂਕਰ ਆ ਭਾਈ, ਉਹਦਾ ਦਿੱਤਾ ਖਾਣੇ ਆ। ਮਾਲਕ ਦੀ ਰੋਟੀ ਖਾ ਕੇ ਕੁੱਤਾ ਵੀ ਭੌਂਕਦਾ ਹੈ, ਪਰ ਜਦੋਂ ਸਾਡੀ ਵਾਰੀ ਆਉਂਦੀ ਅਸੀਂ ਕਹਿੰਦੇ ਜੀ ਸਾਨੂੰ ਤਾਂ ਨੀਂਦ ਆ ਗਈ ਜੀ। ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕਰਕੇ ਸਮਝਾਇਆ ਹੈ ਕਿ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾੜ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਜੇ ਤੂੰ ਤੀਰਥਾਂ ਦੀ ਯਾਤਰਾ ਕਰੇ, ਇਸ਼ਨਾਨ ਕਰੇ ਤੇ ਦਾਨ ਕਰੇ, ਤੇ ਫਿਰ ਹੰਕਾਰ ਵੀ ਕਰੇ। ਗੁਰੂ ਦੇ ਘਰ ਦੇ ਪੱਥਰ ਕਾਲੇ ਕਰ ਦਿੱਤੇ ਨਾਂ ਲਿਖ ਲਿਖ ਕੇ ਆਪਾਂ। ਮਸਕੀਨ ਸਾਹਿਬ ਦੀ ਕਥਾ ਆਪ ਜੀ ਨੇ ਬਹੁਤ ਸਾਰੇ ਪ੍ਰਚਾਰਕਾਂ ਤੋਂ ਸੁਣੀ ਹੋਏਗੀ ਕਿ ਪਟਨਾ ਸਾਹਿਬ ਕਥਾ ਕਰਦਿਆਂ ਕੀ ਵੇਖਿਆ ਵੀ ਇੱਕ ਮਾਈ ਪਤਾ ਨਹੀਂ ਕਿਵੇਂ ਪੰਜਾਬ ਤੋਂ ਪਹੁੰਚੀ ਤੇ ਬਾਹਰ ਹੀ ਝੋਲਾ ਛੱਡ ਕੇ ਤੇ ਉੱਥੇ ਹੀ ਪੱਥਰਾਂ ਤੇ ਕੁਝ ਲੱਭਣ ਲੱਗ ਗਈ। ਮਸਕੀਨ ਸਾਹਿਬ ਕਹਿੰਦੇ ਪੂਰੀ ਕਥਾ ਨਿਬੜ ਗਈ, ਸਮਾਪਤੀ ਹੋ ਗਈ, ਅਜੇ ਵੀ ਮਾਈ ਲੱਭੀ ਜਾਂਦੀ ਹੈ। ਕੁਛ ਕਹਿੰਦੇ ਮੈਂ ਕੋਲ ਜਾ ਕੇ ਪੁੱਛਿਆ ਵੀ ਮਾਂ ਤੇਰਾ ਕੀ ਗਵਾਚਾ ਹੈ? ਕਹਿੰਦੀ ਪੁੱਤ ਗਵਾਚਾ ਤੇ ਕੁਝ ਨਹੀਂ, ਪਿਛਲੇ ਸਾਲ ਆਈ ਸਾਂ 50 ਰੁਪਏ ਦੇ ਗਈ ਆ ਤੇ ਮੈਂ ਵੇਹਨੀ ਆ ਵੀ ਤੇ ਮੇਰਾ ਨਾਂ ਤੇ ਕਿਤੇ ਲਿਖਿਆ ਨਹੀਂ ਹੈ। ਤੇ ਮਸਕੀਨ ਸਾਹਿਬ ਕਹਿੰਦੇ ਵੀ ਬੇਬੇ ਉੱਠ, ਇੱਥੇ ਆ ਕੇ ਰੱਬ ਦਾ ਨਾਂ ਲੱਭੀਦਾ ਹੁੰਦਾ, ਆਪਣਾ ਨਹੀਂ ਲੱਭੀਦਾ ਹੁੰਦਾ। ਅਸੀਂ ਕਹਿੰਦੇ ਚਲੋ ਪੱਖੇ ਤੇ ਲਿਖ ਦਿਓ, ਗੋਲਕ ਤੇ ਲਿਖ ਦਿਓ, ਪਾਲਕੀ ਤੇ ਲਿਖ ਦਿਓ। ਇੱਕ ਨਵੀਂ ਬਿਮਾਰੀ ਪੈ ਗਈ। ਇਹ ਸੇਵਾ ਜੀ ਵਾਹਿਗੁਰੂ ਨੇ ਆਪਣੇ ਪਰਮ ਸੇਵਕ ਪਰਿਵਾਰ ਤੋਂ ਲਈ। ਵੇਖੋ ਨਿਮਰਤਾ ਵੀ ਕਿੰਨੀ ਉਹਦੇ 'ਚ, ਮਤਲਬ ਹੰਕਾਰ ਦੇ ਵਿੱਚ ਨਿਮਰਤਾ ਵੇਖੋ ਕਿੱਦਾਂ, ਜਿਵੇਂ ਨਹੀਂ ਉਹਦੇ ਉਹ ਡਾਕਟਰ ਕੌੜੀਆਂ ਗੋਲੀਆਂ ਦੇ ਉੱਤੇ ਮਿੱਠੀ ਉਹ ਖੰਡ ਜੀ ਚਾੜੀ ਹੁੰਦੀ ਹੈ। ਇਸ ਹੰਕਾਰ ਤੋਂ ਬਚ ਜਾਈਏ ਆਪਾਂ। ਜਦੋਂ ਇੱਥੇ ਆ ਉਦੋਂ ਹੀ ਕਹੋ ਤੇਰਾ ਦੀਆ ਤੁਝੇ ਕਿਆ, ਵਾਹਿਗੁਰੂ ਮੈਂ ਤੈਨੂੰ ਕੀ ਦੇ ਸਕਦਾ, ਦਿੱਤਾ ਤੇ ਸਭ ਕੁਝ ਤੇਰਾ, ਉਹਦੇ ਵਿੱਚੋਂ ਜੇ ਕਿਤੇ ਥੋੜੀ ਜੀ ਚੀਜ਼ ਕਿਤੇ ਮੈਂ ਤੇਰੇ ਦਰ ਤੇ ਲੈ ਹੀ ਆਇਆ ਤਾਂ ਉਹਦੇ ਵਿੱਚ ਮੇਰਾ ਕੀ ਦਾਵਾ ਹੈ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤਿਹ ਜੋ ਕੁੰਚਰ ਇਸ਼ਨਾਨ। ਕਦੇ ਹਾਥੀ ਨਹਾਉਂਦਾ ਵੇਖਿਆ? ਵੈਸੇ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਹਾਥੀ ਪਾਣੀ ਦਾ ਜੰਤੂ ਹੈ, ਪਾਣੀ ਲੱਭ ਕੇ ਨਹਾਉਂਦਾ ਹੈ, ਬੜੇ ਸ਼ੌਕ ਨਾਲ ਨਹਾਉਂਦਾ ਹੈ, ਘੰਟਿਆਂ ਬੱਧੀ ਨਹਾਉਂਦਾ ਹੈ, ਡੂੰਘੇ ਪਾਣੀ ਵਿੱਚ ਨਹਾਉਂਦਾ ਹੈ। ਪਰ ਇੱਕ ਉਹਦੇ 'ਚ ਖਰਾਬੀ ਹੈ ਕਿ ਪਾਣੀ ਤੋਂ ਬਾਹਰ ਨਿਕਲਣ ਲੱਗਾ, ਜਿੱਥੇ ਕੰਢੇ ਤੇ ਪਾਣੀ ਦੇ ਕਿਨਾਰੇ ਤੇ ਚਿਕੜੀ ਹੁੰਦੀ ਹੈ ਨਾ, ਉੱਥੋਂ 2-4 ਸੁੰਡਾ ਭਰ ਕੇ ਆਪਣੇ ਪਿੰਡੇ ਤੇ ਜ਼ਰੂਰ ਪਾ ਲੈਂਦਾ ਹੈ। ਉਹ ਇਹਨਾਂ ਨਹਾ ਕੇ ਵੀ ਨਾ ਉਹ ਸਾਫ਼ ਸੁਥਰਾ ਨਹੀਂ ਹੁੰਦਾ, ਉਹ ਗੰਦਗੀ ਫਿਰ ਆਪਣੇ ਤੇ ਸੁੱਟ ਲੈਂਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੰਕਾਰ ਛੱਡ ਦਿਓ। ਧਰਮ ਦੀ ਦੁਨੀਆ ਵਿੱਚ ਇਹ ਵੀ ਇੱਕ ਗੰਦਗੀ ਹੈ ਵੀ ਤੀਰਥਾਂ ਦੀ ਯਾਤਰਾ ਵੀ ਕਰ ਲਈ, ਦਾਨ ਪੁੰਨ ਵੀ ਕਰ ਲੈ, ਇਸ਼ਨਾਨ ਵੀ ਕਰ ਲੈ, ਤੇ ਮੁੜ ਕੇ ਫਿਰ ਰੌਲਾ ਪਾਉਣਾ ਵੀ ਸ਼ੁਰੂ ਕਰ ਦਿੱਤਾ, ਅਸੀਂ ਤਾਂ ਉੱਥੇ ਗਏ ਜੀ, ਅਸੀਂ ਤਾਂ ਉੱਥੇ ਗਏ ਜੀ। ਧਰਮ ਕਮਾਉਂਦੇ ਆ, ਯਤਨ ਕਰੀਏ ਕਿ ਅਸੀਂ ਬਹੁਤੀ ਕਾਂ ਨਾ ਕਰੀਏ, ਉਹਦਾ ਹੰਕਾਰ ਨਾ ਕਰੀਏ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੁ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਦੀਨ। ਸਿਰ ਕੰਬਣ ਲੱਗ ਗਿਆ, ਪੈਰ ਡਗਮਗਾਉਣ ਲੱਗ ਗਿਆ। ਇਹ ਹਾਲਤ ਹੈ ਬੰਦੇ ਦੀ, ਅਜੇ ਵੀ ਬੰਦਾ ਪਾਠ ਕਰਨ ਵਾਸਤੇ ਤਿਆਰ ਨਹੀਂ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਮੈਂ ਨੇੜੇ ਹੋ ਕੇ ਵੇਖਿਆ, ਕੋਈ ਕਿਸੇ ਦਾ ਨਹੀਂ ਹੈ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੀ। ਜੇ ਸਦਾ ਵਾਸਤੇ ਕੋਈ ਚੀਜ਼ ਸਥਿਰ ਹੈ ਤੇ ਉਹ ਸਿਰਫ ਕੇਵਲ ਤੇ ਕੇਵਲ ਰੱਬ ਦੀ ਭਗਤੀ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹੋ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਪੀਤ। ਜਗਤ ਦੀ ਰਚਨਾ ਰੇਤ ਦੀ ਕੰਧ ਵਰਗੀ ਹੈ,
ਨਾ ਰੇਤ ਦੀ ਕੰਧ ਸਦਾ ਰਹਿ ਸਕਦੀ ਹੈ, ਨਾ ਇਹ ਜਗਤ ਦੀ ਰਚਨਾ ਨੇ ਸਦਾ ਰਹਿਣਾ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਇਥੋਂ ਤਾਂ ਭਾਈ ਰਾਮ ਵੀ ਗਿਆ ਹੈ ਤੇ ਰਾਵਣ ਵੀ ਗਿਆ ਹੈ। ਇਸ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ। ਸਾਡੇ ਵਿੱਚ ਕਈ ਇਦਾਂ ਦੇ ਵੀ ਨੇ ਕਿ ਸ਼ਾਇਦ ਮਹਾਰਾਜ ਨੇ ਇਹ ਲਿਖਣ ਲੱਗਿਆ ਕੋਈ ਭੁਲੇਖਾ ਖਾ ਲਿਆ ਕਿ ਪਹਿਲਾਂ ਲਿਖ ਦਿੱਤਾ ਰਾਮਚੰਦਰ ਜੀ ਦਾ ਨਾਂ, ਫਿਰ ਲਿਖ ਦਿੱਤਾ ਰਾਵਣ ਦਾ ਨਾਂ। ਨਹੀਂ ਭਾਈ, ਸਤਿਗੁਰੂ ਅਭੁੱਲ ਹੈ, ਉਹ ਕਦੇ ਨਹੀਂ ਭੁੱਲਦਾ। ਹਾਂ, ਸਮਝਾਇਆ ਇਹ ਹੈ ਕਿ ਰਾਵਣ ਨੂੰ ਤਾਂ ਲੋਕ ਮਾੜਾ ਕਹਿੰਦੇ ਸੀ, ਪਰ ਸ਼੍ਰੀ ਰਾਮਚੰਦਰ ਜੀ ਨੂੰ ਤਾਂ ਲੋਕ ਮਾੜਾ ਨਹੀਂ ਸੀ ਕਹਿੰਦੇ। ਉਹਨੂੰ ਤਾਂ ਉਸ ਯੁੱਗ ਦਾ ਅਵਤਾਰ ਕਹਿੰਦੇ ਸੀ। ਤੇ ਭਾਈ ਸੰਦੇਸ਼ ਇਹ ਹੈ ਕਿ ਰਾਮ ਗਇਓ ਰਾਵਣ ਗਏ। ਜਿਹੜਾ ਯੁੱਗ ਦਾ ਅਵਤਾਰ ਸੀ ਉਹ ਵੀ ਚਲਾ ਗਿਆ, ਤੇ ਜਿਹਨੇ ਕਾਲ ਪਾਵੇ ਨਾਲ ਬੱਧਾ ਸੀ ਉਹ ਵੀ ਚਲਾ ਗਿਆ। ਇਸ ਕਰਕੇ ਉਪਦੇਸ਼ ਇਹ ਹੈ ਕਿ ਇਹ ਜਗਤ ਦੀ ਰਚਨਾ ਝੂਠੀ ਹੈ ਭਾਈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਮੈਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਕਿ ਭਾਈ ਸਤਪਾਲ ਸਿੰਘ ਜੀ ਖਾਲਸਾ ਜੋ ਸਿੱਖ ਧਰਮਾਂ ਯੂਨੀਵਰਸਲ ਦੇ ਰਾਹੀਂ ਸੇਵਾ ਕਰਦੇ ਨੇ, ਖਾਸ ਕਰਕੇ ਦੂਜੇ ਮੁਲਕਾਂ ਵਿੱਚ, ਦੂਜੀਆਂ ਕੌਮਾਂ ਵਿੱਚ, ਦੂਜੇ ਧਰਮਾਂ ਵਿੱਚ, ਦੂਜੀਆਂ ਜ਼ਬਾਨਾਂ ਵਾਲੇ ਲੋਕਾਂ ਵਿੱਚ ਜਾ ਕੇ ਭਾਈ ਹਰਭਜਨ ਸਿੰਘ ਜੋਗੀ ਹੋਰਾਂ ਦੇ ਇਹ ਦਮਾਦ ਨੇ ਕਿ ਜੇ ਉਹਨਾਂ ਨੂੰ ਆਪਾਂ ਅੱਜ ਸ਼ਨੀਚਰਵਾਰ ਕੱਲ੍ਹ ਐਤਵਾਰ ਜੇ ਕੋਈ ਸਮਾਂ ਦੇ ਸਕੀਏ, ਮੇਰੀ ਬੇਨਤੀ ਹੈ ਕਿ ਜੇ ਸਮਾਂ ਵੰਡ ਕਰ ਦਿਆ, ਕੋਈ 2 ਮਿੰਟ ਦਾ ਸਮਾਂ ਅੱਜ ਹੋ ਜਾਏ, ਕੁਝ ਕੱਲ੍ਹ ਜਦੋਂ ਸੰਗਤ ਇੱਥੇ ਮੁੱਖ ਤੌਰ 'ਤੇ ਪੰਡਾਲ ਸਜੇ, ਤਾਂ ਕਿ ਉਹ ਸੰਦੇਸ਼ ਦੇ ਸਕਣ, ਕਿਉਂਕਿ ਉਹਨਾਂ ਨੂੰ ਬਹੁਤ ਵੱਡੇ ਸਾਥ ਦੀ ਲੋੜ ਹੈ ਤੁਹਾਡੇ ਦੀ। ਜਿਸ ਰੂਪ ਦੇ ਵਿੱਚ ਵੀ ਕਾਫਲਾ ਬਣ ਸਕੇ ਆਪਾਂ ਨੂੰ ਬਣਾਉਣਾ ਚਾਹੀਦਾ ਹੈ। ਕੋਈ ਸੋਸ਼ਲ ਮੀਡੀਆ 'ਤੇ ਕੰਮ ਕਰੇ, ਘਰ ਬਹਿ ਕੇ ਕਰ ਸਕਦਾ ਹੈ। ਕੋਈ ਮਾਇਆ ਦੇ ਤੌਰ 'ਤੇ ਨਾਲ ਆਪਣੀ ਕਿਰਤ ਸਫਲੀ ਕਰ ਸਕਦਾ ਹੈ। ਕੋਈ ਫਿਜ਼ੀਕਲੀ ਜਿਹੜੇ ਸੱਜਣ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਚੁੱਕੇ ਨੇ, ਉਹ ਨਾਲ ਤੁਰਨ ਤਾਂ ਕਿ ਦੂਜੇ ਮੁਲਕਾਂ ਤੱਕ ਜਾ ਕੇ ਆਪਾਂ ਸਿੱਖੀ ਦਾ ਸੁਨੇਹਾ ਦੇ ਸਕੀਏ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।